ਅਮਰੀਕਾ ਦੇ ਨਾਗਰਿਕ ਅਤੇ ਭਾਰਤ ਵਿੱਚ ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਸਾਜ਼ਿਸ਼ ਦਾ ਮਾਮਲਾ ਹਲੇ ਠੰਡਾ ਨਹੀਂ ਹੋਇਆ। ਤਾਜ਼ਾ ਖਬਰ ਮਿਲ ਰਹੀ ਹੈ ਕਿ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਕਿ FBI ਅਮਰੀਕਾ ਦੇ ਵਿੱਚ ਸਭ ਤੋਂ ਵੱਡੀ ਜਾਂਚ ਏਜੰਸੀ ਹੈ। ਇਸ ਦੇ ਡਾਇਰੈਕਟਰ ਕ੍ਰਿਸਟੋਫਰ ਰੇ ਅਗਲੇ ਹਫ਼ਤੇ ਭਾਰਤ ਆ ਸਕਦੇ ਨੇ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ NIA ਉਹਨਾਂ ਦੇ ਮੂਹਰੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ ਨੂੰ ਚੁੱਕਣ ਦੀ ਤਿਆਰੀ ਕਰ ਰਹੀ ਹੈ। ਆਪਣੀ ਯਾਤਰਾ ਦੌਰਾਨ ਰੇ ਆਪਣੀ ਭਾਰਤ ਫੇਰੀ ਮੌਕੇ ਰਾਸ਼ਟਰੀ ਰਾਜਧਾਨੀ ਦੇ ਵਿੱਚ ਕੇਂਦਰੀ ਜਾਂਚ ਬਿਊਰੋ ਅਤੇ NIA ਦੋਵਾਂ ਦੇ ਅਧਿਕਾਰੀਆਂ ਨੂੰ ਮਿਲਣਗੇ। ਜ਼ਾਹਿਰ ਤੌਰ ਤੇ ਅਮਰੀਕਾ ਦੀ ਜਾਂਚ ਏਜੰਸੀ ਦੇ ਵੱਡੇ ਅਧਿਕਾਰੀ ਵੀ ਪੰਨੂ ਦਾ ਮਾਮਲਾ ਭਾਰਤ ਦੇ ਕੋਲ ਚੁੱਕ ਸਕਦੇ ਨੇ। ਜਿਵੇਂ ਕਿ ਪਿਛਲੇ ਦਿਨੀ ਜਿੰਨੇ ਵੀ ਅਮਰੀਕਾ ਤੋਂ ਵੱਡੇ ਲੀਡਰ ਆਏ ਨੇ ਸਾਰਿਆਂ ਨੇ ਮੁੱਦਾ ਚੁੱਕਿਆ। G20 ਸੰਮੇਲਨ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਕਹਿੰਦੇ ਇਹ ਮੁੱਦਾ ਚੁੱਕਿਆ ਸੀ। ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗਰਸੇਟੀ ਨੇ ਦਿੱਲੀ ਵਿੱਚ ਸਮਾਗਮ 'ਚ ਅਗਲੇ ਹਫ਼ਤੇ FBI ਡਾਇਰੈਕਟਰ ਕ੍ਰਿਸਟੋਫਰ ਰੋ ਦੇ ਦੌਰੇ ਦੀ ਪੁਸ਼ਟੀ ਕੀਤੀ ਹੈ। ਯਾਨੀ ਕਿ FBI ਮੁਖੀ ਜ਼ਰੂਰ ਭਾਰਤ ਪਹੁੰਚਣਗੇ ਤੇ NIA ਪੰਨੂ ਦਾ ਮਾਮਲਾ ਉਹਨਾਂ ਕੋਲ ਚੁੱਕੇਗੀ। ਹੁਣ ਦੇਖਣਾ ਹੋਏਗਾ ਕਿ ਭਾਰਤ ਕੀ ਮਸਲਾ ਰੱਖਦਾ ਹੈ ਤੇ ਅਮਰੀਕਾ ਦਾ ਮਸਲਾ ਤਾਂ ਉਹੀ ਹੈ ਕਿ ਜਿਹੜੀ ਜਾਂਚ ਚੱਲ ਰਹੀ ਹੈ ਪੰਨੂ ਵਾਲੇ ਮਾਮਲੇ 'ਚ ਉਸ ਦਾ ਨਤੀਜਾ ਛੇਤੀ ਆਵੇ। ਪੰਨੂ ਦੇ ਮਸਲੇ ਤੇ ਭਾਰਤ ਦੇ ਵਿਦੇਸ਼ ਮੰਤਰੀ S ਜੈਸ਼ੰਕਰ ਦਾ ਫੇਰ ਬਿਆਨ ਆਇਆ ਹੈ। ਕੁਝ ਦਿਨ ਪਹਿਲਾਂ ਅਮਰੀਕਾ ਦੇ ਵੱਡੇ ਅਧਿਕਾਰੀ ਦੇ ਨਾਲ ਮੁਲਾਕਾਤ ਹੋਈ ਸੀ ਤੇ ਹੁਣ ਉਹਨਾਂ ਨੇ ਰਾਜ ਸਭਾ ਦੇ ਵਿੱਚ ਪ੍ਰਸ਼ਨ ਕਾਲ ਦੌਰਾਨ ਉੱਤਰ ਦਿੰਦੇ ਹੋਏ ਦੱਸਿਆ ਹੈ ਕਿ ਭਾਰਤ ਨੇ ਅਮਰੀਕਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਾਂਚ ਕਰਨ ਦੇ ਲਈ ਜਾਂਚ ਕਮੇਟੀ ਬਣਾਈ ਹੋਈ ਹੈ ਕਿਉਂਕਿ ਦੇਸ਼ ਦੀ ਕੌਮੀ ਸੁਰੱਖਿਆ ਨਾਲ ਜੁੜਿਆ ਹੋਇਆ ਮਸਲਾ ਹੈ। ਕੁਝ ਦਿਨ ਪਹਿਲਾਂ ਕਹਿੰਦੇ ਅਮਰੀਕਾ ਨੇ ਇੱਕ ਭਾਰਤੀ ਤੇ ਉਹਨਾਂ ਦੀ ਆਪਣੀ ਧਰਤੀ ਤੇ ਇੱਕ ਸਿੱਖ ਨੂੰ ਖਤਮ ਕਰਨ ਦੀ ਸਫਲ ਸਾਜ਼ਿਸ਼ ਹੋਣ ਦਾ ਦੋਸ਼ ਲਾਇਆ ਸੀ ਤੇ ਉਸ ਮਸਲੇ ਦੀ ਜਾਂਚ ਹੋ ਰਹੀ ਹੈ। That insofar as the US is concerned, certain inputs were given to us as part of our security cooperation with the United States. Those inputs were of concern to us because they related to the nexus of organized crime, trafficking, and other matters. So, because it has a bearing on our own national security, it was decided to institute an inquiry into the matter, and an inquiry committee has been constituted. Insofar as Canada is concerned, no specific evidence or inputs were provided to us. So the question of equitable treatment to two countries who have, one of whom has provided inputs and one of whom has not, does not arise. ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ। ਅਰਿੰਦਮ ਬਾਗਚੀ ਨੇ ਸਭ ਤੋਂ ਪਹਿਲਾਂ ਤਾਂ ਇਹ ਕਿਹਾ ਹੈ ਕਿ ਅਫਗਾਨਿਸਤਾਨ ਅੰਬੈਸੀ ਦੇ ਵਿੱਚ ਕੰਮਕਾਜ ਚੱਲ ਰਿਹਾ ਹੈ। ਅਫਗਾਨਿਸਤਾਨ ਨੇ ਭਾਰਤ ਦੇ ਵਿੱਚ ਆਪਣਾ ਦੂਤਾਵਾਸ ਬੰਦ ਨਹੀਂ ਕੀਤਾ। ਇਹ ਵੱਡਾ ਦਾਅਵਾ ਕੀਤਾ ਜਦਕਿ ਕੁਝ ਦਿਨ ਪਹਿਲਾਂ ਅਫਗਾਨਿਸਤਾਨ ਦੀ ਅੰਬੈਸੀ ਨੇ ਕਹਿ ਦਿੱਤਾ ਸੀ ਕਿ ਉਹ ਭਾਰਤ ਦੇ ਵਿੱਚ ਸਹਿਯੋਗ ਨਾ ਮਿਲਣ ਕਰਕੇ ਕੰਮ ਬੰਦ ਕਰ ਰਹੇ ਨੇ। ਦੂਸਰੇ ਪਾਸੇ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਦੇ ਮਸਲੇ ਤੇ ਵੀ ਬਿਆਨ ਦਿੱਤਾ ਹੈ। ਅਫਗਾਨਿਸਤਾਨ ਦੂਤਾਵਾਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਨਵੀਂ ਦਿੱਲੀ ਦੇ ਵਿੱਚ ਅਫਗਾਨਿਸਤਾਨ ਦੂਤਾਵਾਸ ਅਤੇ ਮੁੰਬਈ ਤੇ ਹੈਦਰਾਬਾਦ ਦੇ ਵਿੱਚ ਉਹਨਾਂ ਦੇ ਕੌਂਸਲੇਟ ਜਨਰਲ ਕੰਮ ਕਰ ਰਹੇ ਨੇ। ਕਹਿੰਦੇ ਝੰਡੇ ਲਹਿਰਾ ਰਹੇ ਨੇ। ਉਸ ਤੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੰਮ ਚੱਲ ਰਿਹਾ ਹੈ। On the Afghan embassy issue, you used a particular word which I am not fully sure is appropriate about resumption or not. All I could say is, as per our understanding, the Afghan embassy in New Delhi and the consulates in Mumbai and Hyderabad are functioning. And you can see from the flag who they represent, and our position on recognition of entities has not changed. So I think that's what it is, and I guess the diplomats, Afghan diplomats who are here, are providing assistance or continue to provide services to the Afghan nationals here. ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਭਾਰਤੀ ਸੰਸਦ ਅਤੇ 에ਅਰ ਇੰਡੀਆ ਨੂੰ ਜਿਹੜੀ ਧਮਕੀ ਦਿੱਤੀ ਹੈ ਉਸ ਤੇ ਅਰਿੰਦਮ ਬਾਗਚੀ ਨੇ ਕਿਹਾ ਹੈ ਕਿ ਮੈਂ ਸੁਰੱਖਿਆ ਮਾਮਲਿਆਂ ਤੇ ਟਿੱਪਣੀ ਕਰਨ ਦੇ ਲਈ ਸਹੀ ਵਿਅਕਤੀ ਤਾਂ ਨਹੀਂ ਹੈ, ਪਰ ਅਸੀਂ ਖਾਸ ਤੌਰ ਤੇ ਚੇਤਾਵਨੀਆਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਕਹਿੰਦੇ ਹਾਲਾਂਕਿ ਮੈਂ ਇਸ ਤਰ੍ਹਾਂ ਦੇ ਅੱਤਵਾਦੀਆਂ ਨੂੰ ਕੋਈ ਬਹੁਤੀ ਤਵੱਜੋ ਨਹੀਂ ਦੇਣਾ ਚਾਹੁੰਦਾ ਜਿਹੜੇ ਧਮਕੀਆਂ ਦੇ ਕੇ ਮੀਡੀਆ ਦੀ ਜ਼ਿਆਦਾ ਕਵਰੇਜ ਹਾਸਲ ਕਰਦੇ ਨੇ। ਤੇ 에ਅਰ ਇੰਡੀਆ ਨਾਲ ਜੁੜੀ ਚੇਤਾਵਨੀ ਤੇ ਬਾਗਚੀ ਨੇ ਕਿਹਾ ਕਿ ਅਸੀਂ ਕਿਸੇ ਵੀ ਚੇਤਾਵਨੀ ਦੀ ਨਿੰਦਾ ਕਰਦੇ ਹਾਂ। ਸਾਡੀਆਂ ਸੁਰੱਖਿਆ ਏਜੰਸੀਆਂ ਇਸ ਤੇ ਲੋੜੀਂਦੀ ਕਾਰਵਾਈ ਕਰਨਗੀਆਂ। Regards threats, and I think Abhishek, you had the similar sort of a query. Look, I'm not the right person to comment on security issues, but yes, we do take threats seriously, particularly if, depending on the context of that. In the specific case, yes, on the parliament,
we are caught in a bind here. I don't want to amplify or give too much of credence to such extremists who make threats and get a lot of coverage. But on the other hand, we take this seriously. In this particular case, I know that we have taken up this matter with the, I think, US and Canadian authorities about this threat. But as I said, I don't want, the extremists and terrorists have a tendency of wanting media coverage on an issue, and I wouldn't like to dignify them that way. Abhishek, I am not sure about the Air India one. A recent one, I know last month they had threatened on a particular date, and I think that issue was something on our radar. I'll have to check. But let me make a larger point, of course, that we would condemn any threat of this nature. We take this seriously, and our security agencies will take appropriate action. If there are people are being discouraged to use the word, I don't know what that means. Were they threatened? Were they not allowed? But we certainly would not be happy with that. And if there are incidents where there are criminal activities or we feel there is a threat,